जी बिस्मिल्लाहिर्रहमानिर्रहीम। मैं तुहाडा मेज़बान अख्तर अली कसूरी कसूर दी आवाज़ लैके प्रोग्राम दे विच हाज़र हाँ और असी इस वक्त दरियाए सतलुज ते मौजूद हाँ। अगर दरियाए सतलुज दे पानी दे बहाव दी गल कीती जाए तो उस वक्त जिहड़ा 3-4 दिन पहले उस वक्त पानी का बहाव जिहड़ा बड़ा कम सी, हुण पानी का बहाव बड़ा तेज़ हो गया है। लेकिन इस वक्त साडे नाल मौजूद ने सीनियर सहाफ़ी ने जर्नलिस्ट जवेद आशिक डोगर साहब, उन्हां नाल भी असीं गल करांगे और इत्थों दे मकामी लोग भी साडे नाल मौजूद ने, उन्हां नाल भी गल करांगे। साडे नाल दोस्त मौजूद ने। मकसद कहण दा तुहानूं इह कि तुहाडे तिकर नाज़रीन पानी की खबर पहुँचाना दरियाए सतलुज दी, ताकि तुसीं इस खबर नूं सुनो और अपना अपना इंतज़ाम कीती रखो ताकि किसी वड्डे साने तो नुकसान तो बचा जा सके। अस्सलाम वालेकुम जनाब। वालेकुम की हाल जी, सलाम। कैसी तबीयत? अल्हम्दुलिल्लाह। अच्छा सरदार साहब, तुसीं ਇਹ ਦੱਸੋ कि अज तो 5-6 दिन पहले तुहाडी रिपोर्ट असीं देखी, ठीक है, तुसीं रिपोर्टिंग कर रहे सी, माशाअल्लाह ज़बरदस्त एप्रीशिएट करने तुसीं लम्हा ब लम्हा जिहड़ा लोकां नूं आगाह रखिआ इस तो 3-4 दिन पानी का बहाव की सी ते अज पानी का बहाव की? अख्तर भाई, सारिਆਂ ਤੋਂ ਪਹਿਲੋਂ ਤਾਂ ਮੈਂ ਜਿੰਨੇ ਵੀ ਆਉਣ ਵਾਲੇ ਮਹਿਮਾਨ ਨੇ ਸਾਰਿਆਂ ਨੂੰ ਖੁਸ਼ ਆਮਦੀਦ ਤੇ ਜੀ ਆਇਆਂ ਨੂੰ ਆਖਣਾ ਵਾ। ਉਹ ਪੰਜਾਬੀ ਦੀ ਮਿਸਾਲ ਹੈ, ਆ ਵੀ ਸਾਡੇ ਖੂਹ ਤੇ ਗੱਲਾਂ ਹੁੰਦੀਆਂ ਮੂੰਹ ਤੇ। ਤੁਹਾਡੀ ਸਾਰਿਆਂ ਦੀ ਮੁਹੱਬਤ ਹੈ, ਭਾਈ ਹਰਾਂ ਦੀ ਮੁਹੱਬਤ ਹੈ, ਸ਼ਾਨ ਭਾਈ ਦੀ ਮੁਹੱਬਤ ਹੈ, ਬਾਕੀ ਭਾਈ ਵੀ ਜਿਹੜੇ ਆਏ ਨੇ ਤੁਹਾਡੇ ਸਾਰਿਆਂ ਦੀ ਮੁਹੱਬਤ ਹੈ। ਤੁਸੀਂ ਸਾਡੇ ਖੂਹ ਤੇ ਆਏ ਜੇ ਤੇ ਆ ਖੂਹ ਦੇ ਹੀ ਸਾਡਾ ਨਾਲ ਹੀ ਦਰਿਆਏ ਸਤਲੁਜ ਜੇ ਤੇ ਜਿੰਦੀ ਤੁਸੀਂ ਕਵਰੇਜ ਵਾਸਤੇ ਆਏ ਜੇ। ਤੇ ਦਰਿਆ ਦੀ ਅਗਰ ਗੱਲ ਕੀਤੀ ਜਾਵੇ ਤੇ ਦਰਿਆ 'ਚ ਜਿਹੜਾ ਪਾਣੀ ਹੈ ਨਾ, ਅੱਖ ਮਚੋਲੀ ਕਰਦਾ ਪਿਆ। ਅੱਖ ਮਚੋਲੀ ਤੋਂ ਮੁਰਾਦ ਤੇ ਕਦੇ 2 ਫੁੱਟ ਉੱਤੇ ਚਲਾ ਗਿਆ ਤੇ ਕਦੇ 2 ਫੁੱਟ ਥੱਲੇ ਆ ਗਿਆ। ਜੀ। ਜਿਹੜੇ ਇੱਥੋਂ ਦੇ ਵਸਣ ਵਾਲੇ ਨੇ ਜਾਂ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਉਹ ਬੜੇ ਪਰੇਸ਼ਾਨ ਵੀ ਨੇ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਪਈ ਕਿ ਪਾਣੀ ਦੀ ਕੀ ਸੂਰਤ ਹਾਲ ਅੱਛਾ ਹੈਗੀ। ਤੁਸੀਂ ਇਹ ਦੱਸੋ, ਪਾਣੀ ਦੀ ਜਦੋਂ ਸਲਾਬੀ ਸੂਰਤ ਹਾਲ ਪੈਦਾ ਹੁੰਦੀ ਤੇ ਉਦੋਂ ਕਦੋਂ ਹੁੰਦੀ ਹੈ? ਉਹਦੇ 'ਚ ਕੀ ਉਤਰਾਓ ਚੜਾਓ? ਜੇ ਸਲਾਬੀ ਸੂਰਤ ਹਾਲ ਪੈਦਾ ਹੋਵੇ ਚੜਾਓ ਹੀ ਆਉਣਾ ਹੈ ਨਾ, ਕੀ ਜ਼ਿਆਦਾ ਚੜਾਓ ਹੁੰਦਾ ਹੈ ਜਿੰਦੇ ਦੀ ਵਜ੍ਹਾ ਤੋਂ ਕਰਕੇ ਸਲਾਬੀ ਸੂਰਤ ਹਾਲ ਪੈਦਾ ਜੀ ਬਿਲਕੁਲ, ਜਦੋਂ ਇੰਡੀਆ ਵੱਲੋਂ ਪਾਣੀ ਛੱਡਿਆ ਜਾਂਦਾ ਨਾ ਤੇ ਪਾਕਿਸਤਾਨ ਦੇ ਦਰਿਆਵਾਂ 'ਚ ਪਾਣੀ ਆਉਂਦਾ ਹੋਵੇ ਤੇ ਚੰਦ ਕਦਮ ਤੇ ਯਾਨੀ ਕਿ ਬਾਰਡਰ ਹੈ, ਗੰਡਾ ਸਿੰਘ ਹੈਡ ਹੈ, ਜਿੱਥੋਂ ਆ ਪਾਣੀ ਆ ਰਿਹਾ ਤੇ ਜਦੋਂ ਪਾਣੀ ਮਸਲਸਲ ਇਜ਼ਾਫਾ ਹੁੰਦਾ ਹੈ ਤੇ ਉਦੋਂ ਦਰਿਆ ਦੇ ਵਿੱਚ ਕਲਾਲੀ ਆਉਣਾ ਸ਼ੁਰੂ ਹੋ ਜਾਂਦੀ। ਜਿਹੜਾ ਨਾ ਪੋਲਿੰਗ ਡੈਮ ਹੈ ਜਿਹੜਾ ਉਹਨਾਂ ਦੇ ਜਦੋਂ ਗੇੜ ਚੁੱਕਦੇ ਨੇ ਤੇ ਕਲਾਲੀ ਦੀ ਬਹੁਤ ਜ਼ਿਆਦਾ ਦਰਿਆ ਦੇ ਵਿੱਚ ਆਮਦ ਹੁੰਦੀ ਹੈ ਤੇ ਉਦੋਂ ਪਤਾ ਲੱਗਦਾ ਕਿ ਹੁਣ ਯਾਨੀ ਕਿ ਖਤਰੇ ਦੀ ਘੰਟੀ ਹੈ, ਉਹਦੇ ਤੋਂ ਬਾਅਦ ਪਾਣੀ ਜ਼ਿਆਦਾ ਹੋ ਜਾਏਗਾ। ਤੇ ਉਹਦੇ ਤੋਂ ਵਜ੍ਹਾ ਤੋਂ ਫਿਰ ਜਿਹੜੇ ਦਰਿਆ ਦੇ ਨੇੜੇ ਨੇੜੇ ਲੋਕ ਲੈਂਦੇ ਨਾ, ਉਹਨਾਂ ਨੂੰ ਪਤਾ ਇੱਥੋਂ ਦੇ ਲੋਕ ਬੜੇ ਬਹਾਦਰ ਤੇ ਦਲੇਰ ਨੇ, ਉਹ ਪਾਣੀ ਤੋਂ ਨਹੀਂ ਡਰਦੇ। ਪਾਣੀ ਦੇ ਵਿੱਚ ਵੀ ਤੁਸੀਂ ਫੁਟੇਜ ਦੇ ਵਿੱਚ ਵੀ ਵੇਖ ਰਹੇ ਹੋ ਲੋਕ, ਯਾਨੀ ਕਿ 16-17 ਫੁੱਟ ਪਾਣੀ, ਬੜਾ ਵੱਡਾ ਪਾਣੀ ਹੈ। ਇਹਦੇ ਵਿੱਚ ਯਾਨੀ ਕਿ ਬਗੈਰ ਬੇੜੀ ਤੋਂ ਵੀ ਲੋਕ ਨਾਲ ਆਪਦਾ ਸਫ਼ਰ ਕਰਦੇ ਪਏ ਨੇ ਤੇ ਲੇਕਿਨ ਇੱਥੋਂ ਦੇ ਬੜੇ ਬਹਾਦਰ ਲੋਕ ਨੇ। ਦਰਿਆ ਦੇ ਕਿਨਾਰੇ ਉੱਤੇ ਤੁਸੀਂ ਵੇਖਿਆ ਉਹਨਾਂ ਮੱਝਾਂ ਬੰਨੀਆਂ ਨੇ ਆਪਦੀ, ਯਾਨੀ ਕਿ ਆਮਦੋ ਰਫਤ, ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ। ਲੇਕਿਨ ਜਿਹੜੇ ਸ਼ਹਿਰ ਦੇ ਲੋਕ ਨੇ ਉਹ ਬੜਾ ਪਰੇਸ਼ਾਨ ਵੀ ਹੁੰਦੇ ਨੇ। ਤੇ ਜਦੋਂ ਦਰਿਆ 'ਚ ਪਾਣੀ ਆਉਂਦਾ 6 ਤੋਂ 7 ਫੁੱਟ ਨਾਰਮਲ ਪਾਣੀ ਹੁੰਦਾ, ਉਹਦੇ ਵਾਸਤੇ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੁੰਦੀ। ਲੇਕਿਨ ਜਦੋਂ ਪਾਣੀ ਦੀ ਜਿਹੜੀ ਰਫ਼ਤਾਰ ਹੈ ਤਕਰੀਬਨ 19 ਫੁੱਟ ਤੇ ਜਾਂਦੀ ਹੈ, ਫਿਰ ਅਸੀਂ ਉਹਨੂੰ ਲੋਹ ਦਰਜੇ ਦਾ ਸੈਲਾਬ ਕਹਿ ਸਕਦੇ ਹਾਂ, ਫਲੱਡ ਕਹਿ ਸਕਦੇ ਹਾਂ। ਤੇ ਜਦੋਂ ਪਾਣੀ ਦੀ ਜਿਹੜੀ ਰਫ਼ਤਾਰ ਹੈ ਉਹ ਤਕਰੀਬਨ ਚਲੀ ਜਾਂਦੀ 20 ਤੋਂ 21 ਫੁੱਟ ਤੇ, ਉਹ ਦਰਮਿਆਨੇ ਦਰਜੇ ਦਾ ਸੈਲਾਬ ਆ ਜਾਂਦਾ। ਤੇ ਜਦੋਂ ਇਹ ਪਾਣੀ ਦੀ ਰਫ਼ਤਾਰ 26-27 ਫੁੱਟ ਤੇ ਜਾਂਦੀ ਹੈ, ਉਹਨੂੰ ਹਾਈ ਦਰਜੇ ਦਾ ਸੈਲਾਬ ਕਹਿੰਦੇ ਨੇ। ਤੇ ਫਿਰ ਜਦੋਂ 26-27 ਤੇ ਆਏਗਾ, ਫਿਰ ਜਿੰਨੇ ਵੀ ਦਰਿਆ ਦੇ ਨੇੜੇ ਨੇੜੇ ਲੋਕ ਹੋਣਗੇ ਉਹਨਾਂ ਨੂੰ ਪਰੇਸ਼ਾਨ ਕਰੇਗਾ, ਉਹਨਾਂ ਦੇ ਘਰਾਂ 'ਚ ਜਾਏਗਾ, ਉਹਨਾਂ ਦੀਆਂ ਫਸਲਾਂ 'ਚ ਜਾਏਗਾ, ਉਹਨਾਂ ਦੇ ਮਵੇਸ਼ੀਆਂ ਨੂੰ ਪਰੇਸ਼ਾਨ ਕਰੇਗਾ। ਬਿਲਕੁਲ ਨਾਜ਼ਰੀਨ, ਤੁਸੀਂ ਸਾਡੇ ਨਾਲ ਹੀ ਰਿਹਾ ਜੇ। ਸਾਡੇ ਨਾਲ ਹੋਰ ਵੀ ਮਹਿਮਾਨ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲ ਕਰਾਂਗੇ। ਤੁਹਾਨੂੰ ਦੱਸਦੇ ਜਾਈਏ ਕਿ ਸਰਦਾਰ ਸਾਹਿਬ ਕੋਲੋਂ ਅਸੀਂ ਇੱਕ ਬੜੀ ਪਤੇ ਦੀ ਗੱਲ ਕਢਾਉਣੀ ਹੈ, ਲੇਕਿਨ ਉਹ ਤੁਹਾਨੂੰ ਦੱਸਾਂਗੇ ਐਂਡ ਤੇ ਕਿ ਕੀ ਕਢਾਉਣੀ ਹੈ, ਕੀ ਖਤਰਾ ਇਹਨਾਂ ਲੋਕਾਂ ਵਾਸਤੇ। ਸਾਡੇ ਨਾਲ ਦੋਸਤ ਮੌਜੂਦ ਨੇ। ਅੱਛਾ ਸਰ, ਤੁਸੀਂ ਇਹ ਦੱਸੋ ਕਿ ਦਰਿਆ 'ਤੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਤੁਸੀਂ ਕੀ ਪੈਗਾਮ ਦਿਓਦੇ ਆ ਜਿਹੜਾ ਪਾਣੀ ਗੁਜ਼ਰ ਰਿਹਾ ਇਸ ਹਵਾਲੇ ਨਾਲ? ਸਾਰਾ ਪੈਗਾਮ ਤੇ ਇਹੀ ਹੈਗਾ ਕਿ ਅੱਲਾਹ ਤਾਲਾ ਇਹਨਾਂ ਨੂੰ ਇੱਕ ਮਾਨ 'ਚ ਰੱਖੇ, ਆਪਣਾ ਨਿਜ਼ਾਮ ਅੱਲਾਹ ਤਾਲਾ ਬਿਹਤਰ ਰੱਖੇ ਇਹਨਾਂ ਵਾਸਤੇ। ਪਰੇਸ਼ਾਨੀਆਂ ਜ਼ਿੰਦਗੀ ਵਿੱਚ ਫਿਰ ਬਾਰ-ਬਾਰ ਤੇ ਆਉਂਦੀਆਂ ਹੀ ਹੈਗੀਆਂ। ਫਿਰ ਕਈ ਵਾਰੀ ਫਲੱਡ ਆਏ ਨੇ, ਕਈ ਵਾਰੀ ਨੁਕਸਾਨਾਤ ਵੀ ਹੋਏ ਨੇ। ਪਰੇਸ਼ਾਨੀਆਂ ਬਹੁਤ ਜ਼ਿਆਦਾ ਆਈਆਂ, ਸੋਚ ਤੋਂ ਜ਼ਿਆਦਾ ਪਰੇਸ਼ਾਨੀਆਂ ਮਤਲਬ ਕਿ ਅੱਲਾਹ ਦੀ ਜ਼ਾਤ ਤਰਫੋਂ ਆਉਂਦੀਆਂ। ਤੇ ਫਿਰ ਜਦੋਂ ਪਰੇਸ਼ਾਨੀਆਂ ਆਉਂਦੀਆਂ ਤੇ ਰੱਬ ਕੱਟਣ ਵਾਲਾ ਵੀ ਰੱਬ ਹੀ ਕੱਟਣ ਵਾਲਾ ਹੁੰਦਾ, ਕਿਉਂਕਿ ਬੰਦੇ ਤਾਂ ਕੁਛ ਨਹੀਂ, ਬੰਦੇ ਤਾਂ ਬਸ ਗੱਲਾਂ ਛੱਲਾ ਕਰਨ ਵਾਸਤੇ ਆਉਂਦੇ ਨੇ। ਇੱਥੋਂ ਦੇ ਜਿਹੜੇ ਲੋਕ ਨੇ, ਮਕਾਮੀ ਜਿਹੜੇ ਇੱਥੋਂ ਦੇ ਲੋਕ ਨੇ, ਪਾਣੀ ਦਾ ਐਸਾ ਬਹਾਓ ਵੇਖ ਕੇ ਪਰੇਸ਼ਾਨ ਨੇ? ਨਹੀਂ ਅਜੇ ਤੇ ਪਰੇਸ਼ਾਨੀ ਵਾਲੀ ਗੱਲ ਕੋਈ ਨਹੀਂ ਹੈਗੀ, ਲੇਕਿਨ ਇਹ ਸੋਚ ਵਿਚਾਰ ਤੇ ਇਹੀ ਹੋ ਰਿਹਾ ਕਿ ਜੂ ਪਾਣੀ ਵੱਧਦਾ ਫਿਰ ਬੰਦੇ ਨੂੰ ਪਰੇਸ਼ਾਨੀ ਤੇ ਹੁੰਦੀ ਹੈ। ਫਸਲਾਂ ਦੇ ਵਾਸਤੇ ਪਰੇਸ਼ਾਨੀ ਹੁੰਦੀ ਹੈ, ਮਹਿਲ ਮਵਾਸ਼ੀ ਵਾਸਤੇ ਪਰੇਸ਼ਾਨੀ ਹੁੰਦੀ ਹੈ, ਬੰਦੇ ਚਾਰੇ ਵਾਸਤੇ ਪਰੇਸ਼ਾਨੀ ਹੁੰਦੀ ਹੈ, ਲੋਕਾਂ ਦਾ ਨਿਜ਼ਾਮ ਜ਼ਰਾ ਤਬਾਹ ਬਰਬਾਦ ਹੋ ਜਾਂਦਾ। ਫਿਰ ਪਰੇਸ਼ਾਨੀ ਤੇ ਫਿਰ ਇਸ ਗੱਲ ਨੂੰ ਪਰੇਸ਼ਾਨੀ ਕਹੀ ਜਾਂਦੀ ਹੈ। ਜੀ ਬਿਲकुल ਨਾਜ਼ਰੀਨ, ਭਾਈ ਦਾ ਕਹਿਣਾ ਸੀ ਕਿ ਪਰੇਸ਼ਾਨੀ ਤਾਂ ਹੁੰਦੀ ਹੈ, ਵਾਕਈ ਪਰੇਸ਼ਾਨੀ ਹੁੰਦੀ ਹੈ। ਪਾਣੀ ਦਾ ਬਹਾਓ ਦੇਖ ਕੇ ਇੱਥੋਂ ਰਹਿਣ ਵਾਲੇ ਲੋਕ, ਜਿਨ੍ਹਾਂ ਟਾਈਮ ਹੀ ਖਤਮ ਹੁੰਦਾ ਪਿਆ, ਤੁਸੀਂ ਇਹ ਦੱਸੋ ਕਿ ਇਹਨਾਂ ਲੋਕਾਂ ਵਾਸਤੇ ਖਤਰੇ ਦੀ ਘੰਟੀ ਕਦੋਂ ਹੈ? ਅੱਲਾ ਕਰੇ ਕਿ ਜੀ ਖਤਰੇ ਦੀ ਘੰਟੀ ਨਾ ਹੀ ਵੱਜੇ ਤੇ ਅੱਲਾ ਤੋਂ ਦੁਆ ਹੀ ਕਰਨੇ ਆ ਕਿ ਖਤਰੇ ਦੀ ਘੰਟੀ ਨਾ ਵੱਜੇ। ਲੇਕਿਨ ਇਹਦੋਂ 4 ਤੋਂ 5 ਫੁੱਟ ਅਗਰ ਪਾਣੀ ਹੋਰ ਹੁੰਦਾ ਹੈ
ਤੋ ਇਲਾਕੇ ਦੇ ਵਾਸਤੇ ਖਤਰੇ ਦੀ ਘੰਟੀ ਹੈ। ਜਿਹੜੇ ਦਰਿਆ ਕਿਨਾਰੇ ਲੋਕ ਬਾਦ ਨੇ ਉਹਨਾਂ ਵਾਸਤੇ ਪਰੇਸ਼ਾਨੀ ਦਾ ਸਬਬ ਬਣ ਸਕਦਾ। ਬਿਲਕੁਲ ਨਾਜ਼ਰੀਨ, ਅਸੀਂ ਆਪਣੇ ਮਹਿਮਾਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਨੇ ਭਾਈ। ਕੀਮਤੀ ਟਾਈਮ ਦੇ ਵਿੱਚੋਂ ਥੋੜ੍ਹਾ ਜਿਹਾ ਟਾਈਮ ਕੱਢਿਆ। ਲੇਕਿਨ ਇੱਕ ਦੋਸਤ ਹੋਰ ਸਾਡੇ ਨਾਲ ਮੌਜੂਦ ਨੇ, ਉਹਨਾਂ ਕੋਲ ਪੁੱਛਦੇ ਹਾਂ ਕਿ ਪਾਣੀ ਦੀ ਸੂਰਤ ਹਾਲ ਅਗਰ ਇਸ ਤੋਂ ਜ਼ਿਆਦਾ ਹੁੰਦੀ ਹੈ ਤੇ ਫਿਰ ਗੌਰਮੈਂਟ ਨੂੰ ਕੀ ਕਰਨਾ ਚਾਹੀਦਾ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਪਾਣੀ ਦੀ ਸੂਰਤ ਹਾਲ ਜ਼ਿਆਦਾ ਹੁੰਦੀ ਤੇ ਗੌਰਮੈਂਟ ਨੂੰ ਕੀ ਕਰਨਾ ਚਾਹੀਦਾ ਹੈ? ਗੌਰਮੈਂਟ ਨੂੰ ਅਗਾਹੀ ਦੇਣੀ ਚਾਹੀਦੀ ਹੈ, ਜਿਵੇਂ ਇਹ ਪਿੰਡ ਨੇ ਸਾਰੇ ਗਾँव ਹੈਗੇ ਨੇ ਤੇ ਇਹਨਾਂ ਨੂੰ ਨੁਕਸਾਨ ਹੋ ਸਕਦਾ ਹੈ। ਠੀਕ ਹੈ, ਰੈਸਕਿਊ ਹਾਇਰ ਕਰਨੀ ਚਾਹੀਦੀ ਹੈ, ਇਹਨਾਂ ਨੂੰ ਚਾਹੀਦਾ ਹੈ ਕਿ ਰੈਸਕਿਊ ਹਾਇਰ ਕਰਨ, ਆਵਾਮ ਨੂੰ ਦੱਸਣ ਇੱਥੇ ਕਿ ਲੋ ਜੀ ਪਾਣੀ ਸੀ ਦੇਖ ਰਹੇ ਹਾਂ, ਦੱਸਦੇ ਪਏ ਨੇ, ਆਵਾਮ ਦੱਸ ਰਹੀ ਕਿ ਰਾਤ ਨੂੰ ਇੰਨਾ ਤੇਜ਼ ਪਾਣੀ ਨਹੀਂ ਸੀ, ਲੇਕਿਨ ਜਦ ਕਿ ਸੁਬਾਹ ਦਿਨ ਚੜ੍ਹਿਆ ਤਾਂ ਪਾਣੀ ਦਾ ਬਹਾਵ ਤੇਜ਼ ਹੋ ਗਿਆ। ਜ਼ਾਹਿਰ ਜੀ ਗੱਲ, ਅਗਰ ਕਾਰਨਰ ਤੱਕ ਪਾਣੀ ਆ ਗਿਆ ਤਾਂ ਨੁਕਸਾਨ ਆਵਾਮ ਨੂੰ ਦੇ ਸਕਦਾ ਹੈ। ਤੇ ਕੋਸ਼ਿਸ਼ ਇਹੀ ਕਰਨੀ ਚਾਹੀਦੀ ਕਿ ਅਗਾਹੀ ਆਵਾਮ ਨੂੰ ਮਿਲੇ ਕਿ ਆਪਣੇ ਆਪ ਨੂੰ ਮਹਿਫੂਜ਼ ਕਰਨ ਹੈ। ਪਾਣੀ ਦਾ ਜਿਹੜਾ ਬਹਾਵ ਆ ਤੁਹਾਡੇ ਸਾਹਮਣੇ ਹੀ ਹੈਗਾ। ਅੱਲਾਹ ਜੀ ਤਾਲਾ ਸਭ ਨੂੰ ਬਿਲकुल ਈਮਾਨ 'ਚ ਰੱਖੇ। बिल्कुल आमीन बिल्कुल जी। नाज़रीन, ਸਾਡੇ ਨਾ ਕਸੂਰ ਦੀ ਆਵਾਜ਼ ਪ੍ਰੋਗਰਾਮ ਦਾ ਵਕਤ ਜਿਹੜਾ ਉਹ ਖਤਮ ਹੁੰਦਾ ਹੈ। ਅਸੀਂ ਸਰਦਾਰ ਸਾਹਿਬ ਨੂੰ ਪੁੱਛਿਆ ਕਿ ਇੱਥੋਂ ਦੇ ਲੋਕਾਂ ਦੀ ਖਤਰੇ ਦੀ ਘੰਟੀ, ਉਹਨਾਂ ਦੱਸਿਆ ਕਿ ਅਗਰ 5 ਤੋਂ 6 ਫੁੱਟ ਅਗਰ ਪਾਣੀ 'ਚ ਇਜ਼ਾਫਾ ਹੁੰਦਾ ਹੈ ਤਾਂ ਇਹਨਾਂ ਦੇ ਲੋਕਾਂ ਵਾਸਤੇ ਉਹ ਖਤਰੇ ਦੀ ਘੰਟੀ ਵਜਾ ਸਕਦਾ ਹੈ। ਅਗਲੇ ਪ੍ਰੋਗਰਾਮ ਨੂੰ